Hello everyone, welcome to Study Shortcut. Here study becomes easier. ਸੋ ਇੱਕ ਲਿਸਟ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਜੀ। ਇਹ ਲਿਸਟ ਕਾਫੀ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ। ਇਹ ਲਿਸਟ ਕਿਸ ਟਾਈਮ ਦੀ ਹੈ? ਇਹ ਲਿਸਟ ਹੈਗੀ ਜੀ ਜਦੋਂ ਸਾਰੇ ਹੀ ਕੈਂਡੀਡੇਟਸ ਨੂੰ ਸਟੇਸ਼ਨਸ ਅਲੋਟ ਕੀਤੇ ਗਏ ਸੀ। ਇਹ ਉਸ ਚੀਜ਼ ਦੀ ਲਿਸਟ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਸਕੂਲ ਨੇਮ, ਕੈਂਡੀਡੇਟ ਦੇ ਨੇਮ ਦੇ ਨਾਲ ਸਕੂਲ ਨੇਮ ਮੈਂਸ਼ਨ ਕੀਤਾ ਗਿਆ ਕਿ ਇਸ ਕੈਂਡੀਡੇਟ ਨੂੰ ਕਿਹੜਾ ਸਕੂਲ ਅਲੋਟ ਕੀਤਾ ਗਿਆ। ਤੇ ਜਦੋਂ ਸਟੇਸ਼ਨ ਅਲੋਟਡ ਦੀ ਸਟੇਟਸ ਜਿਹੜਾ ਸਭ ਦੇ ਆਪਣੇ ਆਈਡੀ ਅਕਾਊਂਟ 'ਤੇ ਸ਼ੋ ਕੀਤਾ ਗਿਆ ਸੀ, ਉਸ ਦੀ ਲਿਸਟ ਇਹ ਹੈਗੀ ਹੈ ਜੀ। ਤੇ ਇਸ ਵਿੱਚ ਦੱਸਿਆ ਗਿਆ ਕਿ ਕਿਹੜੇ ਕੈਂਡੀਡੇਟ ਨੂੰ ਕਿਹੜਾ ਸਕੂਲ ਅਲੋਟ ਕੀਤਾ ਗਿਆ। ਸੋ ਇਸ ਲਿਸਟ ਦੇ ਬੇਸਿਸ 'ਤੇ ਆਪਾਂ ਅੱਜ ਤੁਹਾਨੂੰ ਇਹ ਦੱਸਣ ਵਾਲੇ ਹਾਂ ਜੀ ਕਿ ਕਿੰਨੀਆਂ ਸੀਟਸ ਹੋਰ ਵੈਕੈਂਟ ਨੇ ਕਿਹਦੇ ਤੇ ਕਿੰਨੇ ਕੈਂਡੀਡੇਟਸ ਦੇ ਸਿਲੈਕਸ਼ਨ ਹੋਣ ਦੇ ਚਾਂਸਿਸ ਜਿਹੜੇ ਆ ਹੋਰ ਮਿਲਣਗੇ। ਸੋ ਇਸ ਦੇ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ ਜੀ। ਹਾਲੇ ਤੁਹਾਨੂੰ ਦੱਸ ਦੇਵਾਂ ਜੀ, ਇਹ ਲਿਸਟ ਜਿਹੜੀ ਕਿਸੇ ਆਫੀਸ਼ੀਅਲ ਵੈਬਸਾਈਟ 'ਤੇ ਹਾਲੇ ਤੱਕ ਅਪਲੋਡ ਨਹੀਂ ਕੀਤੀ ਗਈ ਹੈ। ਹਾਂਜੀ, ਇਹ ਉਹ ਲਿਸਟ ਹੈਗੀ ਹੈ ਜੀ, ਉਹਨਾਂ ਕੈਂਡੀਡੇਟਸ ਦਾ ਡੇਟਾ ਹੈਗਾ ਜੋ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ ਜਿਹੜੇ ਕੈਂਡੀਡੇਟ ਨੂੰ ਸਟੇਸ਼ਨ ਅਲੋਟ ਕੀਤੇ ਗਏ ਸੀ। ਸੋ ਅਗਰ ਆਪਾਂ ਟੋਟਲ ਕਰਦੇ ਹਾਂ ਤਾਂ ਟੋਟਲ 4762 ਕੈਂਡੀਡੇਟਸ ਇੱਦਾਂ ਦੇ ਹੈਗੇ ਜੀ ਜਿਨ੍ਹਾਂ ਨੂੰ ਸਟੇਸ਼ਨ ਅਲੋਟ ਕੀਤੇ ਗਏ ਸੀਗੇ ਕਿ ਉਹਨਾਂ ਦੀ ਆਈਡੀ ਦੇ ਵਿੱਚ ਅਕਾਊਂਟ ਸ਼ੋ ਕੀਤਾ ਗਿਆ ਸੀ ਕਿ ਇੰਨੇ ਕੈਂਡੀਡੇਟਸ ਨੂੰ ਸਟੇਸ਼ਨ ਦਿੱਤੇ ਗਏ ਨੇ। ਇਹ ਕੈਟੇਗਰੀ ਵਾਈਜ਼ ਉਹਨਾਂ ਦਾ ਡੇਟਾ ਦਿੱਤਾ ਗਿਆ ਕਿ BC ਕੈਟੇਗਰੀਜ਼ ਦੇ ਵਿੱਚੋਂ 663 ਦੇ ਵਿੱਚੋਂ 630 ਕੈਂਡੀਡੇਟਸ ਨੂੰ ਸਟੇਸ਼ਨ ਅਲੋਟ ਕੀਤੇ ਗਏ ਸੀ। ਸੋ ਓਪਨ ਦੀ ਗੱਲ ਕਰੀਏ ਤਾਂ 190 ਕੈਂਡੀਡੇਟਸ ਨੂੰ ਸਟੇਸ਼ਨ ਅਲੋਟ ਕੀਤੇ ਗਏ ਸੀ। ਸੋ ਇਹ ਹੈਗਾ ਜੀ 4762 ਕੈਂਡੀਡੇਟਸ ਦਾ ਡੇਟਾ। ਲੇਕਿਨ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਿਹੜੇ ਵਿਦ ਹੈਲਡ ਵਾਲੇ ਕੈਂਡੀਡੇਟ ਸੀਗੇ ਉਹਨਾਂ ਨੂੰ ਸਟੇਸ਼ਨ ਹਲੇ ਅਲੋਟ ਨਹੀਂ ਕੀਤੇ ਗਏ ਕਿਉਂਕਿ ਉਹਨਾਂ ਦਾ ਜਿਹੜਾ ਸਟੇਟਸ ਸੀ ਉਹ ਹਲੇ ਵਿਦ ਹੈਲਡ ਆ ਰਿਹਾ ਸੀ। ਲੇਕਿਨ ਉਸ ਤੋਂ ਬਾਅਦ ਇੱਕ ਲਿਸਟ ਆਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਐਲੀਜੀਬਲ ਜਿਹੜਾ ਸ਼ੋ ਕਰ ਦਿੱਤਾ ਗਿਆ ਸੀ ਤੇ ਉਹਨਾਂ ਤੋਂ ਸਟੇਸ਼ਨ ਚੁਆਇਸ ਵੀ ਕਰਵਾ ਲਿੱਤੀ ਗਈ ਹੈ। ਸੋ ਉਹ ਕੈਂਡੀਡੇਟ ਦੀ ਅਗਰ ਆਪਾਂ ਗੱਲ ਕਰੀਏ ਤਾਂ 360 ਕੈਂਡੀਡੇਟਸ ਜਿਹੜੇ ਆ ਹੋਰ ਵਿਦ ਹੈਲਡ ਵਾਲੇ ਐਸੇ ਹੈਗੇ ਆ ਜਿਨ੍ਹਾਂ ਨੂੰ ਜਲਦੀ ਹੀ ਸਟੇਸ਼ਨ ਅਲੋਟ ਕਰ ਦਿੱਤਾ ਜਾਊਗਾ, ਉਹਨਾਂ ਨੂੰ ਐਲੀਜੀਬਲ ਸ਼ੋ ਕਰ ਦਿੱਤਾ ਗਿਆ। ਸੋ ਅਗਰ ਆਪਾਂ ਇਹਨਾਂ ਦੋਨਾਂ ਨੂੰ ਮਿਲਾਈਏ ਤਾਂ 4762 ਪਲੱਸ 360 ਜਾਂਦਾ ਜੀ 5122। ਤਾਂ 5122 ਕੈਂਡੀਡੇਟਸ ਉਹ ਹੈਗੇ ਜਿਨ੍ਹਾਂ ਨੂੰ ਸਟੇਸ਼ਨ ਅਲੋਟ ਕਰ ਦਿੱਤੇ ਗਏ ਹਨ। ਤਾਂ ਸਿੱਧੇ ਅਗਰ ਆਪਾਂ ਗੱਲ ਕਰੀਏ ਤਾਂ 5122 ਨੂੰ ਸਟੇਸ਼ਨ ਅਲੋਟ ਕਰ ਦਿੱਤੇ ਗਏ ਹੈ। ਅਤੇ ਟੋਟਲ ਪੋਸਟਾਂ ਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ 6835 ਦੇ ਵਿੱਚੋਂ ਤਾਂ 1513 ਪੋਸਟਾਂ ਜਿਹੜੀਆਂ ਨੇ ਉਹ ਇੱਥੇ ਸਿੱਧੀਆਂ ਖਾਲੀ ਆਪਾਂ ਨੂੰ ਨਜ਼ਰ ਆਉਂਦੀਆਂ ਨੇ ਕਿ 1513 ਪੋਸਟਾਂ ਸਿੱਧੀਆਂ ਖਾਲੀ ਹੈਗੀਆਂ ਨੇ। ਲੇਕਿਨ ਇਹਦੇ ਵਿੱਚੋਂ ਆਪਾਂ ਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਜੀ ਕਿ ਸਾਰੇ ਹੀ ਕੈਂਡੀਡੇਟਸ ਨੇ ਜੁਆਇਨ ਨਹੀਂ ਕੀਤਾ। ਅਗਰ ਆਪਾਂ ਲੁਧਿਆਣਾ ਡਿਸਟ੍ਰਿਕਟ ਦੀ ਗੱਲ ਕਰ ਲਈਏ ਤਾਂ ਉੱਥੋਂ ਦੀ ਇਨਫੋਰਮੇਸ਼ਨ ਹੈ ਕਿ 70 ਕੈਂਡੀਡੇਟਸ ਇੱਦਾਂ ਦੇ ਹੈ ਜਿਨ੍ਹਾਂ ਨੇ ਜੁਆਇਨ ਉੱਥੇ ਨਹੀਂ ਕੀਤਾ। ਇਸੇ ਤਰ੍ਹਾਂ ਹੋਰ ਵੀ ਕਈ ਕੈਂਡੀਡੇਟਸ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਹੋਣਗੇ ਜਿਨ੍ਹਾਂ ਨੇ ਜੁਆਇਨ ਨਾ ਕੀਤਾ ਹੋਵੇ ਤਾਂ ਉਹ ਸੀਟਸ ਵੀ ਜਿਹੜੀਆਂ ਨੇ ਵੇਕੈਂਟ ਰਹਿਣਗੀਆਂ। ਸੋ 1513 ਤਾਂ ਸਿੱਧੀਆਂ ਵੇਕੈਂਟ ਨੇ। ਔਰ ਅਗਰ ਆਪਾਂ ਇਹਦੇ ਵਿੱਚ ਜੋ ਇਨਫੋਰਮੇਸ਼ਨ ਇੱਕ ਡਿਸਟ੍ਰਿਕਟ ਦੀ ਆਪਣੇ ਕੋਲ ਹੈ ਉਹਦੀ ਆਪਾਂ ਗੱਲ ਕਰ ਲਈਏ 1583 ਪੋਸਟਾਂ ਜਿਹੜੀਆਂ ਨੇ ਉਹ ਸਿੱਧੀ ਆਪਾਂ ਨੂੰ ਇੱਥੇ ਖਾਲੀ ਜਿਹੜੀਆਂ ਨੇ ਨਜ਼ਰ ਆਉਂਦੀਆਂ ਨੇ ਕਿ 1583 ਪੋਸਟਾਂ ਤਾਂ ਸਿੱਧੀਆਂ ਖਾਲੀ ਨੇ। ਲੇਕਿਨ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਐਸੇ ਕੈਂਡੀਡੇਟਸ ਹੋਣਗੇ ਜਿਨ੍ਹਾਂ ਨੇ ਜੁਆਇਨ ਨਾ ਕੀਤਾ ਹੋਵੇ। 1200 ਦੇ ਕਰੀਬ ਘੱਟੋ ਘੱਟ ਆਪਾਂ ਇੱਥੇ ਮੰਨ ਲੈਂਦੇ ਹਾਂ ਜੀ ਕਿ ਆਪਣੀਆਂ ਪੋਸਟਾਂ ਜਿਹੜੀਆਂ ਨੇ ਉਹ ਵੇਕੈਂਟ ਹੋ ਸਕਦੀਆਂ ਨੇ। ਬਾਕੀ ਕਿੰਨੇ ਡਿਸਟ੍ਰਿਕਟ ਦੇ ਵਿੱਚ ਕਿੰਨੇ ਕੈਂਡੀਡੇਟਸ ਨੇ ਜੁਆਇਨ ਨਹੀਂ ਕੀਤਾ ਹੈਗਾ ਜੀ ਉਸਦੀ ਕੋਈ ਓਫੀਸ਼ੀਅਲ ਡੇਟਾ ਨਹੀਂ ਹੈ। ਲੇਕਿਨ ਅਗਰ ਆਪਾਂ ਅੰਦਾਜ਼ਾ ਲਗਾਈਏ ਤਾਂ ਕਰੀਬਨ 1700 ਤੋਂ 1800 ਦੇ ਕਰੀਬ ਜਿਹੜੀ ਕੈਂਡੀਡੇਟਸ ਹੈ ਉਹ ਇੱਥੇ ਸੀਟਸ ਵੇਕੈਂਟ ਆਪਾਂ ਨੂੰ ਹੋਰ ਦਿਖ ਸਕਦੀਆਂ ਨੇ ਕਿਉਂਕਿ 1583 ਤਾਂ ਸਿੱਧੀਆਂ ਵੇਕੈਂਟ ਆਪਣੇ ਪਾਸ ਇਨਫੋਰਮੇਸ਼ਨ ਹੈਗੀ ਹੈ। ਤੇ ਅਗਰ ਹੋਰ ਵੀ ਡਿਸਟ੍ਰਿਕਟ ਦੇ ਵਿੱਚ ਇਸ ਤਰ੍ਹਾਂ ਦੇ ਕੈਂਡੀਡੇਟਸ ਹੈਗੇ ਆ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ, ਬਾਕੀ ਡਿਪੈਂਡ ਕਰਦਾ ਹੈ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿੰਨੇ ਕੈਂਡੀਡੇਟਸ ਨੇ ਜੁਆਇਨ ਨਹੀਂ ਕੀਤਾ। ਹਾਂਜੀ, ਹੁਣ ਡੀ ਰਿਜ਼ਰਵ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਜਿਹੜੀ ਪੋਸਟਾਂ ਵੇਕੈਂਟ ਰਹਿ ਜਾਂਦੀਆਂ ਨੇ ਉਹ ਫਿਰ ਡੀ ਰਿਜ਼ਰਵ ਹੁੰਦੀਆਂ ਨੇ। ਡੀ ਰਿਜ਼ਰਵ ਦੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਸਾਹਮਣੇ ਆ ਕੈਟੇਗਰੀ ਵਾਈਜ਼ ਕਿ ਇਹ ਕੈਟੇਗਰੀ ਦੇ ਵਿੱਚ ਇੰਨੀਆਂ ਪੋਸਟਾਂ ਜਿਹੜੀਆਂ ਨੇ ਉਹ ਡੀ ਰਿਜ਼ਰਵ ਹੋਣ ਵਾਲੀਆਂ ਨੇ। ਔਰ ਵਿਦ ਹੈਲਡ ਦੀ ਗੱਲ ਕਰ ਲਈਏ ਓਪਨ ਦੇ ਵਿੱਚ ਤਾਂ ਓਪਨ ਦੇ ਵਿੱਚ ਜਿੰਨੇ ਵਿਦ ਹੈਲਡ ਕੈਂਡੀਡੇਟਸ ਨੇ ਉਹ 314 ਹੈਗੇ ਆ ਜੀ। ਉਹਦੇ ਵਿੱਚ ਟੋਟਲ 461 ਪੋਸਟਾਂ ਜਿਹੜੀਆਂ ਨੇ ਉਹ ਡੀ ਰਿਜ਼ਰਵ ਲਈ ਕਹੀਆਂ ਜਾ ਰਹੀਆਂ ਨੇ। ਡੀ ਰਿਜ਼ਰਵ ਦੇ ਲਈ ਇਹ ਹੈਗਾ ਜੀ ਯੂਨੀਅਨ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਜਿਹੜੀਆਂ ਪੋਸਟਾਂ ਡੀ ਰਿਜ਼ਰਵ ਹੋਣੀਆਂ ਨੇ ਉਹ ਇਸੇ ਭਰਤੀ ਦੇ ਵਿੱਚ ਡੀ ਰਿਜ਼ਰਵ ਹੋ ਕੇ ਜਿਹੜੀ ਕੈਂਡੀਡੇਟਸ ਨੂੰ ਦਿੱਤੀਆਂ ਜਾਣ ਤਾਂ ਕਿ ਕਿਉਂਕਿ ਅਗਰ ਪੋਸਟਾਂ ਫਿਰ ਵਾਪਿਸ 5994 ਨਾਲ ਜਾਂ ਅਗਲੀ ਭਰਤੀ ਨਾਲ ਆਉਣਗੀਆਂ ਤਾਂ ਉਹਨਾਂ ਹੀ ਕੈਂਡੀਡੇਟਸ ਨੂੰ ਦੁਬਾਰਾ ਤੋਂ ਸੇਮ ਪੋਸਟ ਦੇ ਲਈ ਦੁਬਾਰਾ ਤੋਂ ਪੈਸੇ ਜਿਹੜੇ ਭਰਨੇ ਪੈਂਦੇ ਹੈਗੇ ਤਾਂ ਉਹ ਚੀਜ਼ ਸਹੀ ਨਹੀਂ। ਇਸੇ ਭਰਤੀ ਦੇ ਵਿੱਚ ਪੋਸਟਾਂ ਜਿਹੜੀਆਂ ਖਾਲੀ ਬਚਦੀਆਂ ਨੇ ਇਸੇ ਭਰਤੀ ਦੇ ਵਿੱਚੋਂ ਕੈਂਡੀਡੇਟਸ ਨੂੰ ਲੈ ਕੇ ਭਰਤੀ ਪੂਰੀ ਕਰਨੀ ਚਾਹੀਦੀ ਹੈ। ਸੋ ਡੀ ਰਿਜ਼ਰਵ ਅਗਰ ਹੁੰਦੀਆਂ ਨੇ ਤਾਂ ਜਿਹੜੀ ਮੈਰਿਟ ਹੈ ਉਹ ਹੋਰ ਥੋੜ੍ਹੀ ਡਾਊਨ ਜਾਏਗੀ। ਹਾਂਜੀ, 6635 ਦੇ ਬਾਰੇ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਹੈ ਕਿ 4762 ਪਹਿਲਾਂ ਕੈਂਡੀਡੇਟਸ ਦੀ ਸਟੇਸ਼ਨ ਅਲੋਟਡ ਦੀ ਲਿਸਟ ਸੀਗੀ ਜਿਹਦੇ ਵਿੱਚ ਅਗਰ ਆਪਾਂ 360 ਕੈਂਡੀਡੇਟਸ ਵਿਦ ਹੈਲਡ ਵਾਲੇ ਪਲੱਸ ਕਰ ਲੈਂਦੇ ਹਾਂ ਔਰ ਇਹ ਅਜ਼ਿਊਮ ਕਰਦੇ ਹਾਂ ਕਿ ਸਾਰੇ ਹੀ ਕੈਂਡੀਡੇਟਸ ਨੇ ਸਟੇਸ਼ਨ ਜਿਹੜਾ ਜੁਆਇਨ ਕਰ ਲਿਆ ਹੋਏਗਾ ਜਾਂ ਕਰ ਲੈਣਗੇ ਵਿਦ ਹੈਲਡ ਵਾਲੇ ਵੀ, ਤਾਂ 5122 ਪੋਸਟਾਂ ਜਿਹੜੀਆਂ ਉਹ ਸਟੇਸ਼ਨ ਚੁਆਇਸ ਜਿਹੜੀ ਆ ਹੋ ਚੁੱਕੀ ਹੈ, ਸਟੇਸ਼ਨ ਅਲੋਟ ਜਿਹੜੀਆਂ ਹੋ ਚੁੱਕੀਆਂ। ਔਰ 6635 ਦੇ ਵਿੱਚੋਂ ਅਗਰ ਆਪਾਂ ਦੇਖੀਏ ਤਾਂ ਜਿਹੜੀਆਂ ਵੇਕੈਂਟ ਪੋਸਟਾਂ ਰਹਿ ਜਾਂਦੀਆਂ ਨੇ ਉਹ 1513 ਨੇ। ਲੇਕਿਨ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਦਾਂ ਦੇ ਕੈਂਡੀਡੇਟਸ ਵੀ ਕਈ ਹੈਗੇ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ। ਅਗਰ ਇੱਕ ਡਿਸਟ੍ਰਿਕਟ ਲੁਧਿਆਣਾ ਦੀ ਗੱਲ ਕਰ ਲਈਏ ਤਾਂ ਉੱਥੇ 70 ਕੈਂਡੀਡੇਟਸ ਦੀ ਇਨਫੋਰਮੇਸ਼ਨ ਹੈ ਕਿ ਉੱਥੇ ਉਹਨਾਂ ਨੇ ਜੁਆਇਨ ਨਹੀਂ ਕੀਤਾ। ਇਸੇ ਤਰ੍ਹਾਂ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਕੈਂਡੀਡੇਟਸ ਹੋਣਗੇ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ। ਸੋ ਉਹ ਸੀਟਸ ਵੀ ਜਿਹੜੀਆਂ ਨੇ ਵੇਕੈਂਟ ਰਹਿਣਗੀਆਂ। ਸੋ ਕਰੀਬਨ 1700 ਤੱਕ 1800 ਤੱਕ ਜਿਹੜੀ ਹੈ ਉਹ ਪੋਸਟਾਂ ਇੱਥੇ ਵੇਕੈਂਟ ਰਹਿੰਦੀਆਂ ਨਜ਼ਰ ਆਉਂਦੀਆਂ ਨੇ। ਬਾਕੀ ਡਿਪੈਂਡ ਕਰਦਾ ਜੀ ਇਸ ਇਨਫੋਰਮੇਸ਼ਨ 'ਤੇ ਕਿ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿੰਨੀਆਂ ਪੋਸਟਾਂ ਕਿੰਨੇ ਕੈਂਡੀਡੇਟਸ ਨੇ ਜਿਹੜਾ ਜੁਆਇਨ ਨਹੀਂ ਕੀਤਾ ਹੈ।
ਤਾਂ 1583 ਤਾਂ ਜਿਹੜੀਆਂ ਨੇ ਉਹ ਸਿੱਧੀਆਂ ਜਿਹੜੀਆਂ ਨੇ ਇੱਥੇ ਵੇਕੈਂਟ ਹੈਗੀਆਂ ਨੇ। ਉਸ ਤੋਂ ਬਾਅਦ ਆਪਾਂ ਡੀ ਰਿਜ਼ਰਵ ਬਾਰੇ ਗੱਲ ਕੀਤੀ, ਹੁਣ ਗੱਲ ਕਰ ਲੈਂਦੇ ਹਾਂ ਜੀ ਆਪਾਂ 2364 ਦੇ ਬਾਰੇ। ਜਲਦੀ ਹੀ ਪੂਰੀ ਉਮੀਦ ਹੈ ਜੀ ਇਹ ਭਰਤੀ ਜਿਹੜੀ ਆ ਉਹ ਬਹਾਲ ਜ਼ਰੂਰ ਹੋਏਗੀ, ਕਿਉਂਕਿ ਪੂਰਾ ਯੂਨੀਅਨ ਦਾ ਜ਼ੋਰ ਲੱਗਿਆ ਹੋਇਆ, ਉਹ ਭਰਤੀ ਨੂੰ ਬਹਾਲ ਕਰਵਾ ਕੇ ਹੀ ਰਹੇਗੀ। 2364 ਬਹੁਤ ਸਾਰੇ ਕੈਂਡੀਡੇਟਸ ਇੱਦਾਂ ਦੇ ਸੀਗੇ ਜੋ 2364 ਦੇ ਵਿੱਚ ਉਹਨਾਂ ਦਾ ਨੰਬਰ ਆ ਗਿਆ ਸੀ ਮੈਰਿਟ ਦੇ ਵਿੱਚ, ਲੇਕਿਨ 6635 ਦੇ ਵਿੱਚ ਨਹੀਂ ਆ ਸਕਿਆ ਕਈ ਕਾਰਨਾਂ ਕਰਕੇ, ਜਾਂ ਕੁਝ ਕੈਂਡੀਡੇਟਸ ਇੱਦਾਂ ਦੇ ਸੀ ਜਿਨ੍ਹਾਂ ਨੇ 2364 ਦੇ ਵਿੱਚ ਤਾਂ ਐਗਜ਼ਾਮ ਦਿੱਤਾ ਸੀ ਔਰ ਮੈਰਿਟ ਦੇ ਵਿੱਚ ਵੀ ਆ ਗਏ ਸੀ, ਲੇਕਿਨ 6635 ਦੇ ਵਿੱਚ ਉਹ ਐਗਜ਼ਾਮ ਨਹੀਂ ਦੇ ਸਕੇ ਕਿਉਂਕਿ ਉਹ ਓਵਰ ਏਜ ਹੋ ਗਏ ਸੀ। ਸੋ ਓਵਰਆਲ ਕੁਝ ਐਸੇ ਕੈਂਡੀਡੇਟ ਸੀਗੇ ਜੋ 2364 ਦੇ ਵਿੱਚ ਤਾਂ ਸੀ ਲੇਕਿਨ 6635 ਦੇ ਵਿੱਚ ਉਹ ਨਹੀਂ ਆ ਸਕੇ, ਚਾਹੇ ਉਹ ਪੇਪਰ ਨਹੀਂ ਦੇ ਸਕੇ ਜਾਂ ਫਿਰ ਉਹ ਮੈਰਿਟ ਦੇ ਵਿੱਚ ਨਹੀਂ ਆਏ। ਜਦ ਭਰਤੀ ਬਹਾਲ ਹੋਣ ਜਾ ਰਹੀ ਹੈ ਜੀ ਤਾਂ ਉਹਨਾਂ ਕੈਂਡੀਡੇਟਸ ਨੂੰ ਵੀ ਉੱਥੇ ਚਾਂਸ 2364 ਦੇ ਵਿੱਚ ਮਿਲੇਗਾ, ਕਿਉਂਕਿ 2364 ਦੀ ਜਿਹੜੀ ਮੈਰਿਟ ਹੈ ਉਹ ਬਹੁਤ ਜ਼ਿਆਦਾ ਡਾਊਨ ਜਾਣ ਵਾਲੀ ਹੈ। 2364 ਦੇ ਵਿੱਚ ਪਹਿਲਾਂ 3 ਲਿਸਟ ਆਈਆਂ ਸੀ, ਉਦੋਂ ਹੀ ਮੈਰਿਟ ਜਿਹੜੀ ਕਾਫੀ ਡਾਊਨ ਚਲੀ ਗਈ ਸੀ, ਲੇਕਿਨ ਫਿਰ ਵੀ ਅਗਰ ਕੋਈ ਐਸਾ ਕੈਂਡੀਡੇਟ ਹੈ ਜਿਸਨੇ 2364 ਦੇ ਵਿੱਚ ਸਕਰੂਟਨੀ ਕਰਵਾ ਲਈ ਸੀ ਲੇਕਿਨ ਮੈਰਿਟ ਦੇ ਵਿੱਚ ਉਸਦਾ ਨਾਮ ਨਹੀਂ ਆਇਆ ਜਾਂ ਹਲੇ ਨਾਮ ਹੀ ਨਹੀਂ ਆਇਆ ਸੀ 2364 ਦੇ ਵਿੱਚ, ਤਾਂ ਹੁਣ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਕਿਉਂਕਿ 2364 ਦੀ ਜਿਹੜੀ ਮੈਰਿਟ ਹੈ ਉਹਨੂੰ ਹੋਰ ਵੀ ਬਹੁਤ ਜ਼ਿਆਦਾ ਡਾਊਨ ਜਾਣ ਵਾਲੀ ਹੈ। ਇਸ ਦੇ ਕਾਰਨ ਕੀ ਨੇ, ਕਿਉਂਕਿ 2364 ਪੂਰੀ ਹੋਣ ਤੋਂ ਪਹਿਲਾਂ ਇੱਕ 3704 ਮਾਸਟਰ ਕੈਡਰ ਜਿਹੜੀ ਉਹ ਪੂਰੀ ਹੋ ਚੁੱਕੀ ਸੀ। ਸੋ ਜਿਹੜੇ ਕੈਂਡੀਡੇਟਸ ਬੀਐਡ ਵਾਲੇ ਕੈਂਡੀਡੇਟਸ 2364 ਦੇ ਵਿੱਚ ਸੀ ਉਹ 3704 ਦੇ ਵਿੱਚ ਵੀ ਸਿਲੈਕਟ ਹੋਏ ਹੋਣਗੇ। ਸੋ ਉਹ ਕੈਂਡੀਡੇਟਸ ਵੀ ਨਿਕਲੇ ਹੋਣਗੇ ਹੁਣ 2364 ਦੇ ਵਿੱਚ, ਔਰ ਅਗਰ ਬਹਾਲ ਹੁੰਦੀ ਹੈ ਤਾਂ ਮੈਰਿਟ ਲਿਸਟ ਦੇ ਵਿੱਚ ਉਹ ਕੈਂਡੀਡੇਟਸ ਨਿਕਲਣਗੇ। ਉਸ ਤੋਂ ਬਾਅਦ 2392 ਜਿਹੜੀਆਂ ਪੋਸਟਾਂ ਮਾਸਟਰ ਕੈਡਰ ਦੀ ਦੂਸਰੀ ਭਰਤੀ ਵੀ ਜਿਹੜੀ ਉਹ ਕੰਪਲੀਟ ਹੋਈ ਤੇ ਉਹ ਕੈਂਡੀਡੇਟਸ ਕੁਝ ਕੈਂਡੀਡੇਟਸ ਉਹਦੇ ਵਿੱਚ ਵੀ ਗਏ ਹੋਣਗੇ। ਉਸ ਤੋਂ ਬਾਅਦ ਲੈਕਚਰਰ ਦੀ ਭਰਤੀਆਂ ਵੀ ਕੰਪਲੀਟ ਹੋਈਆਂ। ਸੋ ਲੈਕਚਰਰ ਦੇ ਵਿੱਚ ਵੀ ਜਿਹੜੇ ਕੈਂਡੀਡੇਟਸ ਹੈ ਉਹ ਕੁਝ ਕੈਂਡੀਡੇਟਸ ਉਹਦੇ ਵਿੱਚੋਂ ਜਿਹੜੇ ਆ ਉਹ ਗਏ ਹੋਣਗੇ। ਕੋਈ ਕੈਂਡੀਡੇਟ ਹੁੰਦਾ ਜਿਹੜਾ ਜਿਸ ਦੇ ਪਾਸ ਹਾਇਰ ਕੁਆਲੀਫਿਕੇਸ਼ਨ ਵੀ ਹੁੰਦੀ ਹੈ ETT ਦੇ ਨਾਲ, ਤਾਂ ਕੋਈ ਕੈਂਡੀਡੇਟ ਜਿਹੜਾ ਲੈਕਚਰਰ ਭਰਤੀ ਦੇ ਵਿੱਚ ਵੀ ਜਿਹੜਾ ਆਊਟ ਹੋਇਆ ਹੋਏਗਾ। ਤਾਂ ਇਸ ਤਰ੍ਹਾਂ ਕਰਕੇ ਜਿਹੜੇ ਹੈ ਕੈਂਡੀਡੇਟਸ, ਔਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਜੀ 6635 ਭਰਤੀ ਜਿਹੜੀ ਆ ਪੂਰੀ ਹੋਈ ਹੈ। ਸੋ ਇੱਦਾਂ ਕਰਕੇ 2364 ਦੀ ਮੈਰਿਟ ਜਿਹੜੀ ਆ ਹੁਣ ਬਹੁਤ ਜ਼ਿਆਦਾ ਡਾਊਨ ਜਾਣ ਵਾਲੀ ਹੈ। ਸੋ ਜਿਹੜੇ ਕੈਂਡੀਡੇਟਸ ਦਾ ਪਹਿਲਾ ਨੰਬਰ ਨਹੀਂ ਲੱਗਿਆ ਜਾਂ ਮੈਰਿਟ ਲਿਸਟ ਦੇ ਵਿੱਚ ਨਾਮ ਨਹੀਂ ਆਇਆ, ਸਕਰੂਟਨੀ ਹੋ ਚੁੱਕੀ ਸੀ, ਸੋ ਹੁਣ ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ। 2364 ਦੀ ਮੈਰਿਟ ਜਿਹੜੀ ਕਾਫੀ ਡਾਊਨ ਜਾਣ ਵਾਲੀ ਹੈ। ਸੋ ਹੁਣ 2364 ਦੇ ਵਿੱਚ ਉਹਨਾਂ ਦਾ ਨੰਬਰ ਜਿਹੜਾ ਜ਼ਰੂਰ ਆ ਜਾਏਗਾ, ਭਰਤੀ ਵੀ ਜ਼ਰੂਰ ਬਹਾਲ ਹੋਏਗੀ। ਇੱਕ ਵਾਰ ਤੁਹਾਨੂੰ ਆਪਾਂ ਕੋਰਟ ਕੇਸ ਦਾ ਵੀ ਸ਼ੋਅ ਕਰ ਦਿੰਦੇ ਹਾਂ। ਇਹ ਰਿਹਾ ਜੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਦੀ ਆਫੀਸ਼ੀਅਲ ਵੈਬਸਾਈਟ, ਤੇ ਇਹਦੇ ਵਿੱਚ ਆਪਾਂ ਓਪਨ ਕਰ ਲਿਆ ਜੀ 2364 ਭਰਤੀ ਦਾ ਕੇਸ। ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਾਰਟੀ ਡਿਟੇਲ ਹੈਗੀ ਜੀ ਦਲਜੀਤ ਕੌਰ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ। ਤੇ ਇਹ ਇਹਦੀ ਜੋ ਮੇਨ ਕੇਸ ਡਿਟੇਲ ਦੇ ਵਿੱਚ ਰਿਵਿਊ ਸੀਗਾ ਉਹ ਸੀਗਾ ਜੀ 331 2021 ਦਾ, ਤੇ ਇਹ CM ਹੈਗੀ ਹੈ ਜੀ ਇਹਦੇ ਅੰਡਰ ਲੱਗੀ ਹੋਈ 19595। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਲਾਸਟ 20 ਜੁਲਾਈ ਨੂੰ ਇਸ ਦੀ ਸੁਣਵਾਈ ਹੋਈ ਸੀ ਤੇ ਨੈਕਸਟ ਡੇਟ ਜਿਹੜੀ ਆ ਉਹ 23 ਅਗਸਤ ਕਰ ਦਿੱਤੀ ਗਈ ਸੀ। ਸੋ ਹੁਣ 23 ਅਗਸਤ ਨੂੰ ਆਪਾਂ ਨੂੰ ਪਤਾ ਲੱਗੇਗਾ ਜੀ 23 ਅਗਸਤ ਨੂੰ ਕੀ ਇਸ ਦਾ ਫੈਸਲਾ ਆਉਂਦਾ ਹੈ। ਹਾਲਾਂਕਿ ਯੂਨੀਅਨ ਦਾ ਪੂਰਾ ਜ਼ੋਰ ਲੱਗਿਆ ਹੋਇਆ ਜੀ ਕਿ ਜਿਹੜੀ ਭਰਤੀ ਉਹ ਜ਼ਰੂਰ ਬਹਾਲ ਹੋ ਜਾਵੇ, ਤੇ ਬਹਾਲ ਜਦੋਂ ਹੁੰਦੀ ਹੈ ਉਸਦੀ ਮੈਰਿਟ ਜਿਹੜੀ ਆ ਬਹੁਤ ਡਾਊਨ ਜਾ ਸਕਦੀ ਹੈ। ਤੁਸੀਂ ਜਿਹੜੇ ਕੈਂਡੀਡੇਟਸ ਦੀ ਟਰਨ ਨਹੀਂ ਆਈ ਸੀ, ਪਹਿਲਾਂ ਮੈਰਿਟ ਦੇ ਵਿੱਚ ਨੰਬਰ ਨਹੀਂ ਆਇਆ ਸੀ, ਉਹ ਹੁਣ ਜਿਹੜੇ ਉਹਨਾਂ ਦੇ ਆਉਣ ਦੇ ਪੂਰੇ ਚਾਂਸਿਸ ਹੈਗੇ ਜੀ। ਔਰ ਭਰਤੀ ਪੂਰੀ ਹੋਏਗੀ, ਬਹੁਤ ਸਾਰੇ ਕੈਂਡੀਡੇਟਸ ਇਹਦੇ ਵਿੱਚ ਫਿਰ ਸਿਲੈਕਟ ਹੋ ਜਾਣਗੇ। 6635 ਦੇ ਵਿੱਚ ਵੀ ਹੋਏ ਆ ਤੇ ਅੱਗੇ ਆਪਣੀ 5994 ਭਰਤੀ ਜਿਹੜੀ ਆ ਉਹ ਆਉਣੀ ਵਾਲੀ ਹੈ ETT ਦੀ। ਸੋ ਆਲਮੋਸਟ ਜਿਹੜਾ ਆਪਣਾ ਪੂਰਾ ਕਾਡਰ ਹੈਗਾ ਜਿਹੜੀ ਇਹਦੇ ਵਿੱਚ ਲੱਗ ਜਾਏਗਾ ਅਗਰ ਤਿੰਨੋਂ ਹੀ ਭਰਤੀਆਂ ਟਾਈਮ ਸਿਰ ਪੂਰੀਆਂ ਹੋ ਜਾਂਦੀਆਂ ਨੇ। ਸੋ ਇਹ ਸੀਗੀ ਜੀ 2364 ਦੇ ਰਿਗਾਰਡਿੰਗ ਇਨਫੋਰਮੇਸ਼ਨ। ਜੇ ਫਿਰ ਵੀ ਤੁਹਾਡਾ ਕੋਈ ਡਾਊਟ 6635 ਨੂੰ ਲੈ ਕੇ ਜਾਂ ਫਿਰ 2364 ਨੂੰ ਲੈ ਕੇ ਤੁਹਾਡਾ ਕੋਈ ਡਾਊਟ ਰਹਿ ਜਾਂਦਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਸੁਪਰੀਮ ਕੋਰਟ ਦੀ ਅਗਰ ਆਪਾਂ ਗੱਲ ਕਰ ਲਈਏ ਜੀ, ਉਸ ਕੇਸ ਦੀ ਨੈਕਸਟ ਡੇਟ ਜਿਹੜੀ ਹੈ ਉਹ 24 ਕਰ ਦਿੱਤੀ ਗਈ ਹੈ। ਪਹਿਲਾਂ 17 ਸੀ ਜੀ, ਹੁਣ 24 ਕਰ ਦਿੱਤੀ ਗਈ ਹੈ। ਸੋ ਉਸ ਕੇਸ ਦੇ ਬਾਰੇ ਆਪਾਂ ਨੂੰ 24 ਨੂੰ ਪਤਾ ਲੱਗੇਗਾ, ਤਾਂ ਉਹਦੀ ਟਾਈਮ ਟੂ ਟਾਈਮ ਅਪਡੇਟ ਜਿਹੜੀ ਹੈ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਪ੍ਰੋਵਾਈਡ ਕਰਵਾਈ ਜਾਏਗੀ। ਸੋ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਕਾਫੀ ਸਾਰੀ ਇਨਫੋਰਮੇਸ਼ਨ ਟਾਈਮ ਟੂ ਟਾਈਮ ਅਪਡੇਟ ਜਿਹੜੀ ਹੈ ਕੇਸਿਸ ਦੇ ਰਿਗਾਰਡਿੰਗ, ਸਪੈਸ਼ਲੀ ਸੁਪਰੀਮ ਕੋਰਟ ਦੇ ਕੇਸ ਦੇ ਰਿਗਾਰਡਿੰਗ ਜਿਹੜੀ ਤੁਹਾਨੂੰ ਅਪਡੇਟ ਹੈਗੀ ਹੈ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਸੋ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਇਸੇ ਤਰ੍ਹਾਂ ਦੀ ਇਨਫੋਰਮੇਸ਼ਨ ਪਾਉਣ ਲਈ ਤੁਸੀਂ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।